ਕਰੋਨਾ ਦੇ ਇਸ ਭਿਆਨਕ ਦੌਰ ਵਿੱਚ ਆਮ ਲੋਕਾਂ ਨੂੰ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਮਾਂ ਦਾ ਠੱਪ ਹੋ ਜਾਣਾ, ਬੇਰੁਜ਼ਗਾਰੀ, ਵੱਧ ਰਹੀਆਂ ਤੇਲ ਦੀਆਂ ਕੀਮਤਾਂ, ਮਹਿੰਗਾਈ, ਛੋਟੇ ਕਾਰੋਬਾਰਾਂ ਦੇ ਖਤਮ ਹੋ ਜਾਣ ਤੇ ਹੋਰ ਅਨੇਕਾਂ ਮਾਰਾਂ ਨੇ ਜਿਨ੍ਹਾਂ ਨਾਲ ਇੱਕ ਆਮ ਇਨਸਾਨ ਜੂਝ ਰਿਹਾ ਹੈ। ਕਰੋਨਾ ਦੇ ਸਮੇਂ ਵਿੱਚ ਲੋਕਾਂ ਨੂੰ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿਣ ਲਈ ਕਿਹਾ ਜਾ ਰਿਹਾ ਹੈ, ਪਰ ਕਈ ਕੰਮ ਅਜਿਹੇ ਨੇ ਜਿਨ੍ਹਾਂ ਦਾ ਕੰਮ ਇਸ ਦੇਸ਼ ਨੂੰ ਚੱਲਦੇ ਰੱਖਣ ਲਈ ਬੜਾ ਜ਼ਰੂਰੀ ਹੈ। ਇਨ੍ਹਾਂ ਕਾਮਿਆਂ ਵਿੱਚੋਂ ਇੱਕ ਹੈ ਕਿਸਾਨ, ਕਿਉਂਕਿ ਅਨਾਜ ਤੋਂ ਬਿਨਾਂ ਕੋਈ ਘਰ ਨਹੀਂ ਪਲ ਸਕਦਾ ਤੇ ਅਨਾਜ ਤੋਂ ਬਿਨਾਂ ਕੋਈ ਅਰਥ ਵਿਵਸਥਾ ਵੀ ਨਹੀਂ ਚੱਲ ਸਕਦੀ। ਪਰ ਇਸੇ ਕਰੋਨਾ ਦੇ ਸਮੇਂ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਇੱਕ ਨਵਾਂ ਹੀ ਸਿਰਦਰਦ ਦੇ ਦਿੱਤਾ ਹੈ। ਇਸ ਦਰਦ ਦਾ ਕਾਰਨ ਹੈ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ 3 ਖੇਤੀ ਨਾਲ ਸੰਬੰਧਿਤ ਆਰਡੀਨੈਂਸ। ਪੰਜਾਬ ਦੇ ਕਿਸਾਨਾਂ ਵੱਲੋਂ ਸੂਬੇ ਭਰ ਵਿੱਚ ਕਾਲੀਆਂ ਝੰਡੀਆਂ ਦਿਖਾ ਕੇ ਕੇਂਦਰ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ। ਇਸ ਰੋਸ ਦਾ ਕਾਰਨ ਇਹ 3 ਆਰਡੀਨੈਂਸ ਨੇ। ਕਰੋਨਾ ਦੇ ਸਮੇਂ ਲਾਕਡਾਊਨ ਵਰਗੀ ਸਥਿਤੀ ਵਿੱਚ ਵੀ ਕਿਸਾਨ ਜਥੇਬੰਦੀਆਂ ਇਹਨਾਂ ਦਾ ਵਿਰੋਧ ਕਰਨ ਲਈ ਸੜਕਾਂ ਤੇ ਉਤਰਨ ਲਈ ਤਿਆਰ ਨੇ। ਕਿਸਾਨੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਤੇ ਸੁਭਾਵਿਕ ਹੈ ਕਿ ਜਦ ਪਹਿਲਾਂ ਹੀ ਸੂਬੇ ਵਿੱਚ ਇੰਨੀਆਂ ਮੁਸ਼ਕਲਾਂ ਚੱਲ ਰਹੀਆਂ ਨੇ, ਉੱਥੇ ਜੇਕਰ ਖੇਤੀਬਾੜੀ ਖਿੱਤੇ ਦੀ ਸੁਰੱਖਿਆ ਵੀ ਸਾਡੇ ਤੋਂ ਖੋਹ ਲਈ ਜਾਵੇਗੀ ਤਾਂ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ। ਤਾਂ ਅਜਿਹੇ ਸਮੇਂ ਵਿੱਚ ਕਿਸਾਨਾਂ ਦਾ ਸੜਕਾਂ ਤੇ ਉਤਰ ਆਉਣਾ ਵੀ ਵਾਜਿਬ ਲੱਗਦਾ ਹੈ। ਅੱਜ ਆਪਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਇਹਨਾਂ 3 ਆਰਡੀਨੈਂਸਾਂ ਬਾਰੇ ਗੱਲ ਕਰਾਂਗੇ, ਜਿਨ੍ਹਾਂ ਨੂੰ ਲਿਆਉਣ ਦੀ ਇੰਨੀ ਜ਼ਰੂਰਤ ਸੀ ਕਿ ਕਰੋਨਾ ਦੀ ਮਹਾਮਾਰੀ ਦੇ ਸਮੇਂ ਪਾਰਲੀਮੈਂਟ ਦੇ ਸੈਸ਼ਨਾਂ ਦੀ ਗੈਰ ਹਾਜ਼ਰੀ ਵਿੱਚ ਰਾਜਾਂ ਨਾਲ ਸਲਾਹ ਕੀਤੇ ਬਿਨਾਂ ਹੀ ਸਰਕਾਰ ਨੂੰ ਇਹ ਆਰਡੀਨੈਂਸ ਤਿਆਰ ਕਰਨੇ ਪੈ ਗਏ। ਸੰਵਿਧਾਨ ਦੇ ਆਰਟੀਕਲ 123 ਅਨੁਸਾਰ ਆਰਡੀਨੈਂਸ ਤਦ ਲਿਆਂਦਾ ਜਾਂਦਾ ਹੈ ਜਦ ਪਾਰਲੀਮੈਂਟ ਸੈਸ਼ਨ ਵਿੱਚ ਨਾ ਹੋਵੇ ਤੇ ਕਿਸੇ ਕਾਨੂੰਨ ਨੂੰ ਲਿਆਉਣ ਦੀ ਐਮਰਜੈਂਸੀ ਵਿੱਚ ਜ਼ਰੂਰਤ ਹੋਵੇ। ਇਸ ਸਮੇਂ ਕੈਬਨਿਟ ਦੀ ਮਨਜ਼ੂਰੀ ਨਾਲ ਬਿੱਲ ਪਾਸ ਹੋ ਕੇ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਆਰਡੀਨੈਂਸ ਕਾਨੂੰਨ ਦੀ ਤਰ੍ਹਾਂ ਲਾਗੂ ਹੋ ਜਾਂਦਾ ਹੈ। ਇੱਥੇ ਹੀ ਦੱਸ ਦਈਏ ਕਿ ਇਸ ਤਰ੍ਹਾਂ ਐਮਰਜੈਂਸੀ ਦੇ ਸਮੇਂ ਵਰਤੇ ਜਾਣ ਵਾਲੇ ਅਧਿਕਾਰ ਦੀ ਵਰਤੋਂ ਕਰਦਿਆਂ ਬਿਨਾਂ ਕਿਸੇ ਵੀ ਰਾਜ ਸਰਕਾਰ ਨਾਲ ਸਲਾਹ ਕੀਤੇ ਕੇਂਦਰ ਸਰਕਾਰ ਦੁਆਰਾ ਇਹ ਆਰਡੀਨੈਂਸ ਪੇਸ਼ ਕੀਤੇ ਜਾਣਾ ਸਰਕਾਰ ਦੇ ਰਵੱਈਏ ਤੇ ਵੀ ਇੱਕ ਵੱਡਾ ਸਵਾਲ ਖੜਾ ਕਰਦਾ ਹੈ। 3 ਜੂਨ ਨੂੰ ਕੇਂਦਰੀ ਮੰਤਰੀ ਮੰਡਲ ਦੁਆਰਾ ਇਹ ਆਰਡੀਨੈਂਸ ਪਾਸ ਕੀਤੇ ਗਏ, ਜਿਨ੍ਹਾਂ ਵਿੱਚੋਂ 2 ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਸਾਰੀਆਂ ਸੂਬਾਈ ਸਰਕਾਰਾਂ ਇਸ ਫੈਸਲੇ ਦਾ ਸਾਥ ਦੇਣ ਅਤੇ ਆਰਡੀਨੈਂਸਾਂ ਨੂੰ ਲਾਗੂ ਕਰਨ। ਸਰਕਾਰ ਦਾ ਕਹਿਣਾ ਹੈ ਕਿ ਇਸ ਫੈਸਲੇ ਦਾ ਮੰਤਵ ਕਿਸਾਨਾਂ ਨੂੰ ਬਿਹਤਰ ਮੁਨਾਫਾ ਦੇਣਾ, APMC ਤੋਂ ਰਾਹਤ ਦੇਣਾ, ਪ੍ਰਾਈਵੇਟ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਤੇ ਖੇਤੀਬਾੜੀ ਨੂੰ ਕਿਸਾਨਾਂ ਲਈ ਲਾਹੇਵੰਦ ਬਣਾਉਣਾ ਹੈ। ਬੀਜੇਪੀ ਸਰਕਾਰ ਦਾ ਵਾਅਦਾ ਰਿਹਾ ਹੈ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ ਤੇ ਸਰਕਾਰ ਮੁਤਾਬਿਕ ਇਹ ਫੈਸਲੇ ਇਸੇ ਦਿਸ਼ਾ ਵੱਲ ਵਧਦੇ ਕਦਮ ਨੇ। is committed to the goal of doubling farmers' incomes by 2022. ਪਰ ਜੇ ਇਹਨਾਂ ਕਾਨੂੰਨਾਂ ਨਾਲ ਕਿਸਾਨ ਦੀ ਖੁਸ਼ਹਾਲੀ ਆਵੇਗੀ ਤਾਂ ਇਸ ਫੈਸਲੇ ਦਾ ਭਾਰੀ ਵਿਰੋਧ ਕਿਉਂ ਹੋ ਰਿਹਾ ਹੈ? ਕਿਸਾਨ ਖੁਦ ਇਸ ਤੋਂ ਖੁਸ਼ ਕਿਉਂ ਨਹੀਂ ਨੇ? ਇਹ ਜਾਣਨਾ ਬਹੁਤ ਜ਼ਰੂਰੀ ਹੈ। ਪਹਿਲਾ ਆਰਡੀਨੈਂਸ ਹੈ ਦ ਫਾਰਮਿੰਗ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਆਰਡੀਨੈਂਸ 2020। ਵਨ ਇੰਡੀਆ ਵਨ ਐਗਰੀਕਲਚਰ ਮਾਰਕੀਟ ਦੇ ਟੀਚੇ ਨੂੰ ਪੂਰਾ ਕਰਨ ਲਈ ਲਿਆਂਦੇ ਗਏ ਇਸ ਆਰਡੀਨੈਂਸ ਅਨੁਸਾਰ ਸਾਰੇ ਦੇਸ਼ ਅੰਦਰ ਅੰਤਰਰਾਜੀ ਤੇ ਰਾਜਾਂ ਤੋਂ ਬਾਹਰ ਖੇਤੀਬਾੜੀ ਵਪਾਰ ਕਰਨ ਦੀ ਖੁੱਲ੍ਹ ਹੋਵੇਗੀ। ਕਿਸਾਨ ਕਿਸੇ ਵੀ ਜਗ੍ਹਾ ਤੇ ਜਾ ਕੇ ਜਾਂ ਪ੍ਰਾਈਵੇਟ ਕੰਪਨੀਆਂ ਨਾਲ ਜੁੜ ਕੇ ਆਪਣੇ ਫਸਲ ਉਤਪਾਦਨ ਨੂੰ ਵੇਚ ਸਕਦਾ ਹੈ। ਭਾਵ ਹੈ ਕਿ ਸਿਰਫ ਮੰਡੀ ਵਿੱਚ ਹੀ ਫਸਲ ਵੇਚਣ ਦੀ ਪਾਬੰਦੀ ਹਟ ਜਾਵੇਗੀ। APMC ਭਾਵ ਮੰਡੀਕਰਨ ਸਿਸਟਮ ਜੋ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਉਹ ਉਸੇ ਤਰ੍ਹਾਂ ਚਾਲੂ ਰਹੇਗਾ, ਪਰ ਉਸ ਤੋਂ ਇਲਾਵਾ ਇੱਕ ਨਵਾਂ ਖੁੱਲ੍ਹਾ ਬਾਜ਼ਾਰ ਜਗ੍ਹਾ ਲੈ ਲਵੇਗਾ। ਕੋਈ ਵੀ ਪ੍ਰਾਈਵੇਟ ਕੰਪਨੀ, ਵਪਾਰੀ, ਫੂਡ ਪ੍ਰੋਸੈਸਰਸ, ਕਿਸੇ ਵੀ ਤਰ੍ਹਾਂ ਦੀ ਵਪਾਰਿਕ ਫਰਮ ਸਿਰਫ ਪੈਨ ਕਾਰਡ ਹੋਣ ਤੇ ਕਿਸਾਨਾਂ ਨਾਲ ਵਪਾਰ ਕਰ ਸਕੇਗੀ। ਇਹਨਾਂ ਵਪਾਰੀਆਂ ਤੇ ਸਰਕਾਰ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਲਗਾਵੇਗੀ। ਕਿਸਾਨ ਇਲੈਕਟ੍ਰੋਨਿਕ ਪਲੇਟਫਾਰਮਾਂ ਦੀ ਵਰਤੋਂ ਕਰਕੇ ਵੀ ਆਪਣਾ ਉਤਪਾਦਨ ਖੁਦ ਵੇਚ ਸਕਦਾ ਹੈ। ਹੁਣ ਇਸ ਫੈਸਲੇ ਵਿੱਚ ਦਿੱਕਤ ਕੀ ਹੈ? ਪੰਜਾਬ ਅਤੇ ਹਰਿਆਣਾ ਵਿੱਚ ਮੰਡੀਕਰਨ ਦਾ ਸਿਸਟਮ ਹੈ ਜਿਸ ਨੂੰ ਰਾਜ ਸਰਕਾਰ ਚਲਾਉਂਦੀ ਹੈ। APMC ਭਾਵ ਐਗਰੀਕਲਚਰ ਪ੍ਰੋਡਿਊਸ ਐਂਡ ਮਾਰਕੀਟ ਕਮੇਟੀ ਨੂੰ ਰਾਜ ਸਰਕਾਰ ਚੁਣਦੀ ਹੈ ਜੋ ਮੰਡੀ ਦੇ ਸਾਰੇ ਕਾਰਜਾਂ ਨੂੰ ਸੰਭਾਲਦੀ ਹੈ। ਦੇਸ਼ ਦੇ ਬਾਕੀ ਪ੍ਰਾਂਤਾਂ ਵਿੱਚ ਵੀ ਉੱਥੋਂ ਦੀਆਂ ਸਥਾਨਕ ਸਰਕਾਰਾਂ ਵੱਲੋਂ ਵੱਖਰੇ ਮੰਡੀ ਸਿਸਟਮ ਕਾਇਮ ਕੀਤੇ ਹੋਏ ਹਨ। ਸਰਕਾਰ ਮੰਡੀਆਂ ਵਿੱਚ ਨਿਰਧਾਰਿਤ MSP ਤੇ ਕਿਸਾਨ ਦੀ ਫਸਲ ਚੁੱਕਦੀ ਹੈ। APMC ਤੋਂ ਲਾਇਸੈਂਸ ਹੋਲਡਰ ਕਮਿਸ਼ਨ ਏਜੰਟ ਭਾਵ ਆੜ੍ਹਤੀ ਹੀ ਕਿਸਾਨਾਂ ਨਾਲ ਫਸਲ ਦੀ ਵਿਕਰੀ ਕਰਦੇ ਨੇ।
APMC ਤਹਿਤ ਕਿਸਾਨ ਨੂੰ ਮੰਡੀ ਵਿੱਚ ਫਸਲ ਵੇਚਣ ਤੇ ਤਕਰੀਬਨ 8% ਟੈਕਸ ਦੇਣਾ ਪੈਂਦਾ ਹੈ, ਜਿਸ ਵਿੱਚ 2% ਬਾਜ਼ਾਰ ਫੀਸ, 2% ਪੇਂਡੂ ਵਿਕਾਸ ਫੰਡ, 3% ਇੰਫਰਾਸਟ੍ਰਕਚਰ, 4% ਵੈਟ ਤੇ GST ਅਤੇ 2.5% ਆੜ੍ਹਤੀਏ ਦਾ ਕਮਿਸ਼ਨ ਸ਼ਾਮਿਲ ਹੁੰਦਾ ਹੈ। ਇਸ ਟੈਕਸ ਨਾਲ ਮੰਡੀ ਬੋਰਡ ਨੂੰ ਹਰ ਸਾਲ 3600 ਕਰੋੜ ਦੇ ਕਰੀਬ ਆਮਦਨ ਪ੍ਰਾਪਤ ਹੁੰਦੀ ਹੈ, ਜਿਸ ਨਾਲ ਹੀ ਮੰਡੀ ਦੀ ਸਾਂਭ ਸੰਭਾਲ, ਉੱਥੋਂ ਦਾ ਇਮਾਰਤੀ ਢਾਂਚਾ, ਕਰਮਚਾਰੀਆਂ ਦੀ ਤਨਖਾਹ, ਮੰਡੀ ਨੂੰ ਜਾਣ ਵਾਲੀ ਲਿੰਕ ਰੋਡ ਅਤੇ ਇਸ ਤੋਂ ਇਲਾਵਾ ਪੇਂਡੂ ਵਿਕਾਸ ਦੇ ਵਿਭਿੰਨ ਕਾਰਜ ਕੀਤੇ ਜਾਂਦੇ ਨੇ। ਹੁਣ ਜੇਕਰ 8% ਟੈਕਸ ਲੈਣ ਵਾਲੀ ਮੰਡੀ ਤੋਂ ਬਾਹਰ ਵਪਾਰੀ ਬਿਨਾਂ ਟੈਕਸ ਤੋਂ ਫਸਲ ਖਰੀਦ ਰਹੇ ਹੋਣਗੇ ਤਾਂ ਸੁਭਾਵਿਕ ਹੈ ਕਿ ਕਿਸਾਨ ਉਸ ਪਾਸੇ ਵੱਲ ਹੀ ਜਾਵੇਗਾ। ਵਪਾਰਿਕ ਹਿੱਤ ਮੁਨਾਫੇ ਦੇ ਹੁੰਦੇ ਨੇ, ਸੋ ਸਮਝਣਯੋਗ ਹੈ ਕਿ ਸਰਕਾਰ ਦੁਆਰਾ ਫਸਲ ਖਰੀਦੇ ਜਾਣਾ ਅਤੇ ਪ੍ਰਾਈਵੇਟ ਹੱਥਾਂ ਰਾਹੀਂ ਖਰੀਦਣ ਵਿੱਚ ਸੁਰੱਖਿਆ ਦਾ ਬਹੁਤ ਵੱਡਾ ਅੰਤਰ ਹੈ। ਹੋ ਸਕਦਾ ਹੈ ਕਿ ਸ਼ੁਰੂਆਤ ਦੇ 3-4 ਸਾਲ ਪ੍ਰਾਈਵੇਟ ਸੈਕਟਰ ਤੋਂ ਕਿਸਾਨ ਨੂੰ ਲਾਭ ਪ੍ਰਾਪਤ ਹੋਵੇ, ਪਰ ਜਦ ਇੱਕ ਵਾਰ ਮੰਡੀ ਬੋਰਡ ਟੁੱਟ ਗਿਆ ਤਾਂ ਇਸ ਦੀ ਕੀ ਗਰੰਟੀ ਹੈ ਕਿ ਕਿਸਾਨਾਂ ਦੀ ਫਸਲ ਦੀ ਵਾਜਿਬ ਕੀਮਤ ਉਹਨਾਂ ਨੂੰ ਮਿਲੇਗੀ ਅਤੇ ਸਾਰੇ ਕਿਸਾਨਾਂ ਦੀ ਫਸਲ ਦੀ ਵਿਕਰੀ ਹੋ ਜਾਵੇਗੀ, ਜਿਸ ਤਰ੍ਹਾਂ ਸਰਕਾਰ ਸਾਰੀ ਫਸਲ ਖਰੀਦਣ ਦੀ ਸੁਰੱਖਿਆ ਦਿੰਦੀ ਹੈ। ਕੇਂਦਰ ਸਰਕਾਰ ਦੁਆਰਾ ਹਰ ਸਾਲ ਤਕਰੀਬਨ 27 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ MSP ਤੈਅ ਕੀਤੇ ਜਾਂਦੇ ਨੇ। ਮੰਡੀਆਂ ਵਿੱਚ ਕਣਕ ਅਤੇ ਝੋਨੇ ਦੀ ਖਰੀਦ ਇਸੇ ਮੁੱਲ ਤੇ ਹੁੰਦੀ ਹੈ। ਸਰਕਾਰ ਦੁਆਰਾ ਪੇਸ਼ ਕੀਤੇ ਜਾ ਰਹੇ ਖੁੱਲੀ ਮੰਡੀ ਦੇ ਸੁਝਾਅ ਵਿੱਚ ਪਰੇਸ਼ਾਨੀ ਇਹ ਹੈ ਕਿ ਪੰਜਾਬ ਵਿੱਚ 83% ਕਿਸਾਨ ਅਜਿਹੇ ਨੇ ਜਿਨ੍ਹਾਂ ਕੋਲ 2.5 ਤੋਂ 5 ਏਕੜ ਦੇ ਵਿਚਕਾਰ ਜ਼ਮੀਨ ਹੈ, 74% ਕੋਲ 2.5 ਏਕੜ ਜਾਂ ਇਸ ਤੋਂ ਘੱਟ ਜ਼ਮੀਨ ਹੈ ਅਤੇ ਸਿਰਫ 0.8% ਅਜਿਹੇ ਨੇ ਜਿਨ੍ਹਾਂ ਕੋਲ 25 ਜਾਂ ਇਸ ਤੋਂ ਵੱਧ ਏਕੜ ਜ਼ਮੀਨ ਹੈ। ਸੋ ਰਾਜਾਂ ਦੇ ਬਾਹਰ ਦੇਸ਼ ਦੇ ਕਿਸੇ ਵੀ ਰਾਜ ਵਿੱਚ ਜਾ ਕੇ ਫਸਲ ਵੇਚਣ ਦੇ ਨੁਕਤੇ ਵਿੱਚ ਆਉਣ ਵਾਲੇ ਢੋਆ ਢੁਆਈ ਮਜ਼ਦੂਰਾਂ ਤੇ ਹੋਰ ਵਾਧੂ ਖਰਚਿਆਂ ਨੂੰ ਇਸ 0.8% ਤੋਂ ਬਿਨਾਂ ਦੇ ਬਾਕੀ ਘੱਟ ਆਮਦਨ ਵਾਲੇ ਕਿਸਾਨ ਕਿਸ ਤਰ੍ਹਾਂ ਚੁੱਕਣਗੇ, ਇਸ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ। ਇਸ ਦੇ ਨਾਲ ਹੀ 3600 ਕਰੋੜ ਜਿਹੀ ਵੱਡੀ ਰਕਮ ਨਾਲ ਹੋ ਰਹੇ ਪੇਂਡੂ ਵਿਕਾਸ, ਸੜਕਾਂ ਦੇ ਨਿਰਮਾਣ ਦੀ ਪੂਰਤੀ ਕੌਣ ਕਰੇਗਾ? ਮੰਡੀਆਂ ਤੋਂ ਬੇਰੁਜ਼ਗਾਰ ਹੋਣ ਵਾਲੇ ਹਜ਼ਾਰਾਂ ਕਰਮਚਾਰੀਆਂ, ਆੜ੍ਹਤੀਆਂ ਤੇ ਮਜ਼ਦੂਰਾਂ ਦੀ ਸਾਰ ਕੌਣ ਲਵੇਗਾ? ਇਹ ਸਭ ਮੁਸ਼ਕਲਾਂ ਸੰਭਾਵਿਤ ਬੁਰੇ ਸਮੇਂ ਦੀਆਂ ਨਿਸ਼ਾਨਦੇਹੀਆਂ ਨੇ। ਜੇਕਰ ਸਰਕਾਰ ਸ਼ਾਂਤਾ ਕੁਮਾਰ ਕਮੇਟੀ ਦੇ ਇਸ ਫੈਸਲੇ ਨੂੰ ਮੰਨ ਰਹੀ ਹੈ ਕਿ APMC ਤੇ MSP ਖਤਮ ਕਰਨ ਨਾਲ ਕਿਸਾਨ ਸਿਰਫ ਕਣਕ ਤੇ ਝੋਨੇ ਤੋਂ ਹਟ ਕੇ ਬਾਕੀ ਫਸਲਾਂ ਵੱਲ ਜਾਵੇਗਾ, ਤਾਂ ਕੀ ਜੇ ਸਰਕਾਰ ਸਾਰੀਆਂ ਫਸਲਾਂ ਜਿਨ੍ਹਾਂ ਤੇ MSP ਦਿੱਤੀ ਜਾਂਦੀ ਹੈ ਨੂੰ ਖਰੀਦਣ ਦਾ ਕਾਨੂੰਨ ਬਣਾ ਦੇਵੇ ਤਾਂ ਕੀ ਫਸਲੀ ਵਿਭਿੰਨਤਾ ਨਹੀਂ ਆਵੇਗੀ? ਇਸ ਸਵਾਲ ਦਾ ਜਵਾਬ ਵੀ ਕੇਂਦਰ ਸਰਕਾਰ ਕੋਲੋਂ ਮੰਗਣਾ ਬਣਦਾ ਹੈ। ਹੁਣ ਦੂਸਰੇ ਆਰਡੀਨੈਂਸ ਬਾਰੇ ਜਾਣਦੇ ਹਾਂ। Farmers Empowerment and Protection Agreement on Price Assurance and Farm Services Ordinance 2020। ਇੱਕ ਉਦਾਹਰਨ ਦੇ ਕੇ ਸਮਝਾਉਂਦੇ ਹਾਂ ਕਿ ਜਿਵੇਂ ਕਿਸੇ ਚਿਪਸ ਕੰਪਨੀ ਨੂੰ ਆਪਣੇ ਉਤਪਾਦਨ ਲਈ ਵਿਸ਼ੇਸ਼ ਕਿਸਮ ਦੇ ਆਲੂਆਂ ਦੀ ਜ਼ਰੂਰਤ ਹੁੰਦੀ ਹੈ, ਸੰਤਰਿਆਂ ਦੇ ਜੂਸ ਲਈ ਖਾਸ ਵੰਨਗੀ ਦੇ ਸੰਤਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਕਿਸੇ ਆਟਾ ਕੰਪਨੀ ਨੂੰ ਖਾਸ ਕਿਸਮ ਦੀ ਕਣਕ ਦੀ ਜ਼ਰੂਰਤ ਹੁੰਦੀ ਹੈ। ਅਜਿਹੀਆਂ ਕਈ ਕਿਸਮ ਦੀਆਂ ਫਸਲਾਂ, ਸਬਜ਼ੀਆਂ ਤੇ ਫਲ ਹੁੰਦੇ ਨੇ ਜਿਨ੍ਹਾਂ ਨੂੰ ਉਗਾਉਣ ਲਈ ਕੰਪਨੀਆਂ ਕਿਸਾਨਾਂ ਨਾਲ ਕੰਟਰੈਕਟ ਕਰਦੀਆਂ ਨੇ, ਜਿਸ ਦੇ ਤਹਿਤ ਵਿਸ਼ੇਸ਼ ਕਿਸਮ ਦੇ ਬੀਜਾਂ, ਤਕਨੀਕਾਂ ਤੇ ਹੋਰ ਸੇਵਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾਂ ਇਹ ਕੰਪਨੀਆਂ ਲਾਇਸੈਂਸ ਹੋਲਡਰ ਵਪਾਰੀਆਂ ਰਾਹੀਂ ਕਿਸਾਨਾਂ ਤੱਕ ਪਹੁੰਚ ਕਰਦੀਆਂ ਸਨ ਤੇ ਕੋਈ ਪੱਕਾ ਤੇ ਖਾਸ ਕਾਨੂੰਨ ਨਹੀਂ ਸੀ, ਪਰ ਹੁਣ ਇਸ ਆਰਡੀਨੈਂਸ ਨੇ ਕਿਸਾਨ ਅਤੇ ਮੁੱਖ ਖਰੀਦਦਾਰ ਨੂੰ, ਭਾਵ ਕੰਪਨੀ ਨੂੰ ਸਿੱਧਾ ਵਪਾਰ ਕਰਨ ਦਾ ਮੌਕਾ ਦਿੱਤਾ ਹੈ। ਹੁਣ ਕੋਈ ਵੀ ਨਿੱਜੀ ਵਪਾਰੀ, ਫੂਡ ਪ੍ਰੋਸੈਸਿੰਗ ਕੰਪਨੀ ਜਾਂ ਸਰਕਾਰੀ ਸੰਸਥਾ ਕਿਸਾਨ ਨਾਲ ਲੀਗਲ ਤੌਰ ਤੇ ਕੰਟਰੈਕਟ ਕਰ ਸਕਦੀ ਹੈ। ਇਹ ਠੇਕਾ ਇੱਕ ਫਸਲ ਦੇ ਸਮੇਂ ਤੋਂ ਲੈ ਕੇ 5 ਸਾਲ ਤੱਕ ਦਾ ਹੋ ਸਕਦਾ ਹੈ। ਕਿਸਾਨ ਤੇ ਵਪਾਰੀ ਫਸਲ ਦਾ ਮੁੱਲ, ਉਸ ਨੂੰ ਉਗਾਉਣ ਤੇ ਖਰੀਦਣ ਦੀਆਂ ਸ਼ਰਤਾਂ, ਵਿਕਰੀ ਪ੍ਰਕਿਰਿਆ, ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਸਭ ਕੁਝ ਖੁਦ ਤੈਅ ਕਰਨਗੇ। ਦੋਹਾਂ ਧਿਰਾਂ ਵਿਚਕਾਰ ਜੇਕਰ ਕੋਈ ਮਸਲਾ ਪੈਦਾ ਹੋ ਜਾਂਦਾ ਹੈ ਤਾਂ ਉਸ ਲਈ SDM ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਰਾਹੀਂ ਇੱਕ ਕਾਨੂੰਨੀ ਵਿਵਸਥਾ ਬਣਾਈ ਜਾਵੇਗੀ ਜਿੱਥੇ ਇਹਨਾਂ ਕੇਸਾਂ ਦੇ ਹੱਲ ਕੀਤੇ ਜਾਣਗੇ। ਕਿਸੇ ਵੀ ਹਾਲਾਤ ਵਿੱਚ ਕਿਸਾਨ ਦੀ ਜ਼ਮੀਨ ਤੇ ਕੋਈ ਵੀ ਕਬਜ਼ਾ ਨਹੀਂ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਨਾਲ ਪ੍ਰਾਈਵੇਟ ਸੈਕਟਰ ਖੇਤੀਬਾੜੀ ਖਿੱਤੇ ਵਿੱਚ ਨਿਵੇਸ਼ ਕਰਨ ਲਈ ਪ੍ਰਭਾਵਿਤ ਹੋਵੇਗਾ ਤੇ ਇਸ ਲੀਗਲ ਪ੍ਰਕਿਰਿਆ ਨਾਲ ਕਿਸਾਨਾਂ ਨੂੰ ਆਪਣੀ ਫਸਲ ਦਾ ਸਹੀ ਮੁੱਲ ਤੇ ਵਧੀਆ ਸੇਵਾਵਾਂ ਮਿਲਣਗੀਆਂ। ਕਿਸਾਨ ਨਵੀਨ ਟੈਕਨੋਲੋਜੀ ਦੀ ਵਰਤੋਂ ਕਰੇਗਾ ਜਿਸ ਨਾਲ ਇਸ ਖਿੱਤੇ ਦਾ ਵਿਕਾਸ ਹੋਵੇਗਾ। ਪਰ ਇਸ ਵਿਵਸਥਾ ਵਿੱਚ ਕਈ ਕਮੀਆਂ ਨੇ। ਮੰਨ ਲਵੋ ਇੱਕ 5 ਏਕੜ ਵਾਲੇ ਕਿਸਾਨ ਨੂੰ ਪੈਪਸੀਕੋ ਵਰਗੀ ਵੱਡੀ ਕੰਪਨੀ ਨਾਲ ਲੀਗਲ ਕੰਟਰੈਕਟ ਕਰਨ ਨੂੰ ਕਿਹਾ ਜਾਵੇ ਤਾਂ ਕੀ ਕਿਸਾਨ ਲਈ ਇਹ ਆਸਾਨ ਹੋਵੇਗਾ? ਲੀਗਲ ਦਸਤਾਵੇਜ਼ਾਂ ਦੇ ਗੁੰਝਲਾਂ ਭਰੇ ਬਿਆਨ ਕਿਸਾਨ ਦੀ ਸਧਾਰਨ ਕਿਸਾਨੀ ਨੂੰ ਕਿਸ ਤਰ੍ਹਾਂ ਲਾਹਾ ਦੇਣਗੇ? ਹੋ ਸਕਦਾ ਹੈ ਕਿ ਇਹ ਤਰੀਕਾ ਲਾਹੇਵੰਦ ਹੋਵੇ, ਪਰ ਪਹਿਲਾਂ ਦੇ ਚੱਲ ਰਹੇ ਗੰਨਾ ਕੰਟਰੈਕਟ ਸਿਸਟਮ ਤੋਂ ਅਜਿਹਾ ਨਹੀਂ ਲੱਗਦਾ। ਗੰਨਾ ਉਤਪਾਦਕਾਂ ਦੇ ਕੰਪਨੀਆਂ ਨਾਲ ਚੱਲ ਰਹੇ ਠੇਕਿਆਂ ਵਿੱਚ ਕਿਸਾਨਾਂ ਦੇ 3 ਸਾਲਾਂ ਤੱਕ ਦੇ ਬਕਾਏ ਪਏ ਨੇ, ਜਿਸ ਲਈ ਸਰਕਾਰਾਂ ਅਜੇ ਤੱਕ ਕੁਝ ਨਹੀਂ ਕਰ ਸਕੀਆਂ।
ਤਾਂ ਛੋਟੇ ਜਾਂ ਮੱਧਵਰਗੀ ਕਿਸਾਨਾਂ ਦੇ ਫਰਮਾਂ ਨਾਲ ਹੋਏ ਠੇਕਿਆਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਰਕਾਰ ਨਿਪਟਾ ਦੇਵੇਗੀ। ਇਸ ਦਾ ਯਕੀਨ ਕਿਵੇਂ ਕੀਤਾ ਜਾ ਸਕਦਾ ਹੈ? ਕਿਸੇ ਵਿਸ਼ੇਸ਼ ਗੁਣਵੱਤਾ ਦੀ ਮੰਗ ਕਰਦੀ ਕੰਪਨੀ ਫਸਲ ਵਿੱਚ ਕੋਈ ਵੀ ਕਮੀ ਹੋਣ ਤੇ ਉਸ ਨੂੰ ਚੁੱਕੇਗੀ ਨਹੀਂ, ਤਾਂ ਕੀ ਕਿਸਾਨ ਆਪਣੀ ਫਸਲ ਦੀ ਵਿਕਰੀ ਕਰਾਉਣ ਲਈ ਫਿਰ ਲੀਗਲ ਤੌਰ ਤੇ ਕੇਸ ਲੜੇਗਾ? ਵੱਡੀਆਂ ਕੰਪਨੀਆਂ ਨਾਲ ਛੋਟੇ ਕਿਸਾਨ ਕਿਸ ਤਰ੍ਹਾਂ ਸਮਝੌਤਾ ਕਰਨਗੇ? ਇਸ ਨਾਲ ਇੱਕ ਹੋਰ ਮੁਸ਼ਕਿਲ ਹੈ, ਉਹ ਹੈ ਕਲਸਟਰ ਸਿਸਟਮ। ਭਾਵ ਜਦ ਕੋਈ ਇੱਕ ਜਾਂ ਵਧੇਰੇ ਵਪਾਰੀ ਕਿਸਾਨਾਂ ਦੀ ਜ਼ਮੀਨ ਇਕੱਠੀ ਠੇਕੇ ਤੇ ਲੈ ਲੈਣ, ਜਿਸ ਦਾ ਨਿਸ਼ਚਿਤ ਠੇਕਾ ਕਿਸਾਨਾਂ ਨੂੰ ਦਿੱਤਾ ਜਾਵੇ। ਇਸ ਤਰ੍ਹਾਂ ਅਨੇਕਾਂ ਕਿਸਾਨ ਛਿਮਾਹੀ ਜਾਂ ਸਾਲ ਦੇ ਠੇਕੇ ਨਾਲ ਹੀ ਆਪਣਾ ਗੁਜ਼ਾਰਾ ਕਰਨ ਲਈ ਮਜਬੂਰ ਹੋ ਜਾਣਗੇ। ਹੋ ਸਕਦਾ ਹੈ ਕਿ ਲੋੜ ਪੈਣ ਤੇ ਉਹਨਾਂ ਨੂੰ ਖੁਦ ਦੀ ਜ਼ਮੀਨ ਤੇ ਹੀ ਦਿਹਾੜੀ ਕਰਨੀ ਪੈ ਜਾਵੇ। ਇਹ ਸਿਸਟਮ ਅਜਿਹਾ ਹੋਵੇਗਾ ਜਿਸ ਨਾਲ ਕਿਸਾਨਾਂ ਦੀ ਜ਼ਮੀਨ ਖਰੀਦੀ ਜਾਣ ਤੇ ਉਹਨਾਂ ਦੇ ਹੱਥੋਂ ਖੁੱਸ ਜਾਣ ਦਾ ਵੱਡਾ ਡਰ ਰਹੇਗਾ। ਤੀਜਾ ਆਰਡੀਨੈਂਸ ਹੈ ਦਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਅਮੈਂਡਮੈਂਟ ਆਰਡੀਨੈਂਸ 2020। 1955 ਦੇ ਇਸ ਐਕਟ ਅਨੁਸਾਰ ਕੇਂਦਰ ਸਰਕਾਰ ਜਿੰਨਾ ਵੀ ਖਾਦ ਪਦਾਰਥਾਂ ਜਾਂ ਹੋਰ ਵਸਤਾਂ ਨੂੰ ਇਸ ਦੀ ਸੂਚੀ ਵਿੱਚ ਸ਼ਾਮਿਲ ਕਰਦੀ ਹੈ, ਉਹਨਾਂ ਵਸਤੂਆਂ ਦੇ ਉਤਪਾਦਨ, ਸਪਲਾਈ, ਵੰਡ ਅਤੇ ਸਟਾਕ ਲਿਮਿਟ ਉੱਤੇ ਸਰਕਾਰ ਦਾ ਕੰਟਰੋਲ ਹੋ ਜਾਂਦਾ ਹੈ। ਮਾਸਕ ਅਤੇ ਸੈਨੀਟਾਈਜ਼ਰ ਨੂੰ ਹੁਣੇ ਜਿਹੇ ਸਰਕਾਰ ਨੇ ਇਸ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਸੀ ਤਾਂ ਜੋ ਇਹਨਾਂ ਦੀ ਨਾਜਾਇਜ਼ ਸਟਾਕਿੰਗ ਅਤੇ ਬਲੈਕ ਮਾਰਕੀਟਿੰਗ ਨੂੰ ਰੋਕਿਆ ਜਾ ਸਕੇ। ਹੁਣ ਇਸ ਸੋਧ ਦੇ ਰਾਹੀਂ ਜ਼ਰੂਰੀ ਵਸਤਾਂ ਦੇ ਇਸ ਐਕਟ ਵਿੱਚੋਂ ਅਨਾਜ, ਦਾਲਾਂ, ਤੇਲ ਬੀਜ, ਖਾਦ ਤੇਲ, ਆਲੂ ਅਤੇ ਪਿਆਜ਼ ਨੂੰ ਬਾਹਰ ਕਰ ਦਿੱਤਾ ਗਿਆ ਹੈ। 1955 ਦੇ ਐਕਟ ਦੇ ਸੈਕਸ਼ਨ 3 ਅੰਦਰ ਇੱਕ ਸਬਸੈਕਸ਼ਨ ਜੋੜਿਆ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਸਰਕਾਰ ਇਹਨਾਂ ਪਦਾਰਥਾਂ ਦੀ ਸਟਾਕ ਲਿਮਿਟ ਕੁਝ ਵਿਸ਼ੇਸ਼ ਹਾਲਾਤਾਂ ਵਿੱਚ ਹੀ ਤੈਅ ਕਰ ਸਕੇਗੀ। ਇਹ ਹਾਲਾਤ ਕਿਹੜੇ ਹੋਣਗੇ? ਜਦ ਮਹਿੰਗਾਈ ਬਹੁਤ ਜ਼ਿਆਦਾ ਵੱਧ ਜਾਵੇਗੀ, ਯੁੱਧ ਦੇ ਸਮੇਂ, ਅਕਾਲ ਦੇ ਸਮੇਂ ਜਾਂ ਫਿਰ ਕੁਦਰਤੀ ਆਫਤਾਂ ਦੇ ਸਮੇਂ। ਤਦ ਵੀ ਫੂਡ ਪ੍ਰੋਸੈਸਰਸ, ਨਿਰਯਾਤ ਕਰਨ ਵਾਲੀਆਂ ਫਰਮਾਂ ਤੇ ਪਬਲਿਕ ਡਿਸਟ੍ਰੀਬਿਊਸ਼ਨ ਦੇ ਵਪਾਰੀ ਪਿਛਲੇ ਸਾਲ ਦੀ ਸੀਮਾ ਤੱਕ ਉਤਪਾਦਨ ਦਾ ਸਟਾਕ ਕਰ ਸਕਦੇ ਨੇ। ਸਰਕਾਰ ਦੁਆਰਾ ਕੀਮਤਾਂ ਦੇ ਵਾਧੇ ਦਾ ਮੀਟਰ ਕੁਝ ਇਸ ਤਰ੍ਹਾਂ ਤੈਅ ਕੀਤਾ ਗਿਆ ਹੈ ਕਿ ਕੁਝ ਫਸਲਾਂ ਦੀ ਕੀਮਤ ਵਿੱਚ 100% ਅਤੇ ਬਾਕੀ ਫਸਲਾਂ ਦੀ ਕੀਮਤ ਵਿੱਚ 50% ਵਾਧਾ ਹੁੰਦਾ ਹੈ ਤਾਂ ਉਸ ਨੂੰ ਮਹਿੰਗਾਈ ਮੰਨਿਆ ਜਾਵੇਗਾ। ਇਹਨਾਂ ਉਤਪਾਦਾਂ ਦੇ ਪਿਛਲੇ 12 ਮਹੀਨਿਆਂ ਦੀ ਰਿਟੇਲ ਕੀਮਤ ਅਤੇ 5 ਸਾਲਾਂ ਦੀ ਔਸਤ ਰਿਟੇਲ ਕੀਮਤ ਦੇਖੀ ਜਾਵੇਗੀ ਅਤੇ ਉਸ ਨਾਲ ਮੌਜੂਦਾ ਕੀਮਤ ਦੀ ਤੁਲਨਾ ਕੀਤੀ ਜਾਵੇਗੀ। ਪਰ ਜੇ ਕਿਸੇ ਅਨਾਜ ਦੀ ਕੀਮਤ 90% ਵੱਧ ਜਾਵੇਗੀ ਤਾਂ ਸਰਕਾਰ ਕੀ ਕਰੇਗੀ? ਕੋਈ ਵੀ ਵਪਾਰੀ ਇਹਨਾਂ ਵਸਤੂਆਂ ਦੀ ਸਟੋਰੇਜ ਕਰ ਸਕਦਾ ਹੈ ਅਤੇ ਬਾਜ਼ਾਰ ਦੀਆਂ ਅਨੁਕੂਲ ਸਥਿਤੀਆਂ ਤੇ ਉਹਨਾਂ ਨੂੰ ਵੇਚ ਸਕਦਾ ਹੈ, ਭਾਵ ਵੱਧ ਕੀਮਤ ਤੇ ਵੇਚ ਸਕਦਾ ਹੈ। ਉਹਨਾਂ ਨੂੰ ਕਾਨੂੰਨੀ ਤੌਰ ਤੇ ਕੋਈ ਵੀ ਰੋਕ ਨਹੀਂ ਹੈ। ਅਸਲ ਵਿੱਚ ਇਹ ਆਰਡੀਨੈਂਸ ਬਾਕੀ ਦੇ ਦੋਹਾਂ ਨੂੰ ਸੰਪੂਰਨ ਕਰਦਾ ਹੈ। ਪ੍ਰਾਈਵੇਟ ਖਿਡਾਰੀਆਂ ਲਈ ਫਸਲ ਵਪਾਰ ਵਿੱਚ ਖੁੱਲ੍ਹਾ ਮੈਦਾਨ ਦਿੱਤਾ ਗਿਆ ਹੈ ਜਿੱਥੇ ਸਟਾਕਿੰਗ, ਸਪਲਾਈ ਲਈ ਕੋਈ ਰੋਕ ਨਹੀਂ ਹੈ, ਲਾਇਸੈਂਸ ਦੀ ਕੋਈ ਜ਼ਰੂਰਤ ਨਹੀਂ ਹੈ, ਕਿਸਾਨਾਂ ਨਾਲ ਆਪਣੀਆਂ ਸ਼ਰਤਾਂ ਤੇ ਸਮਝੌਤੇ ਕੀਤੇ ਜਾ ਸਕਦੇ ਨੇ। ਪ੍ਰਾਈਵੇਟ ਸੈਕਟਰ ਐਗਰੀਕਲਚਰ ਵੱਲ ਤਾਂ ਹੀ ਆਵੇਗਾ ਜੇਕਰ ਉਸ ਨੂੰ ਮੁਨਾਫਾ ਦਿਸੇਗਾ ਤੇ ਉਸ ਦੇ ਫਾਇਦੇ ਦੇ ਨਿਯਮ ਹੋਣਗੇ। ਸਰਕਾਰੀ ਸੁਰੱਖਿਆ ਦੀ ਥਾਂ ਪ੍ਰਾਈਵੇਟ ਏਕਾਧਿਕਾਰ ਕਿਵੇਂ ਬਿਹਤਰ ਹੋ ਸਕਦਾ ਹੈ? ਇਸ ਦਾ ਜਵਾਬ ਤਾਂ ਹੁਣ ਕੇਂਦਰ ਸਰਕਾਰ ਹੀ ਦੇ ਸਕਦੀ ਹੈ। ਤਿੰਨੋਂ ਆਰਡੀਨੈਂਸ ਮਿਲ ਕੇ ਕੁਝ ਅਜਿਹਾ ਮਾਹੌਲ ਬਣਾਉਂਦੇ ਨੇ ਜਿੱਥੇ ਮਿਸ਼ਰਤ ਅਰਥ ਵਿਵਸਥਾ ਪੂੰਜੀਵਾਦ ਵਿੱਚ ਤਬਦੀਲ ਹੁੰਦੀ ਨਜ਼ਰ ਆਉਂਦੀ ਹੈ। ਸਮਝਣਯੋਗ ਹੈ ਕਿ ਖੇਤੀਬਾੜੀ ਦਾ ਵਿਸ਼ਾ ਸੰਵਿਧਾਨ ਅਨੁਸਾਰ ਰਾਜਾਂ ਦੇ ਅਧਿਕਾਰ ਦੀ ਲਿਸਟ ਵਿੱਚ ਆਉਂਦਾ ਹੈ। ਪਹਿਲਾਂ GST ਤੇ ਹੁਣ ਜੇਕਰ ਬਿਜਲੀ ਸੈਕਟਰ ਅਤੇ ਇਹ ਆਰਡੀਨੈਂਸ ਲਾਗੂ ਹੁੰਦੇ ਨੇ ਤਾਂ ਸੂਬਿਆਂ ਦੀ ਆਰਥਿਕ ਤੇ ਅਧਿਕਾਰਤ ਤਾਕਤ ਤੇ ਬਹੁਤ ਵੱਡੀ ਸੱਟ ਲੱਗੇਗੀ। ਪੰਜਾਬ ਅੰਦਰ ਇਹਨਾਂ ਆਰਡੀਨੈਂਸਾਂ ਤੇ ਬਹਿਸ ਜਾਰੀ ਹੈ, ਸਿਆਸੀ ਹਲਚਲ ਵੀ ਹੋ ਰਹੀ ਹੈ। ਰਾਜ ਸਰਕਾਰ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਤੇ ਆਮ ਲੋਕ ਵੀ ਇਸ ਦੇ ਵਿਰੋਧ ਵਿੱਚ ਖੜੇ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਤੇ ਸਰਬ ਪਾਰਟੀ ਮੀਟਿੰਗ ਕੀਤੀ ਜਿਸ ਤੋਂ ਬਾਅਦ ਉਕਤ ਫੈਸਲਾ ਸੁਣਾਇਆ ਗਿਆ। ਸਾਰੀ ਪੰਜਾਬ ਅਸੀਂ ਇਕੱਠੇ ਹੋਏ ਹਾਂ। ਮੈਂ ਪ੍ਰਧਾਨ ਮੰਤਰੀ ਜੀ ਨੂੰ ਲਿਖ ਰਿਹਾ ਕਿ ਅਸੀਂ ਉਹਨਾਂ ਦੇ ਕੋਲ ਇੱਕ ਆਲ ਪਾਰਟੀ ਮੀਟਿੰਗ ਦੇ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਆ ਕੇ ਅਸੀਂ ਨੂੰ ਮਿਲਣਾ ਚਾਹੁੰਦੇ ਨੇ ਔਰ ਸਾਡੀ ਕਿਸਾਨ ਯੂਨੀਅਨ ਵਾਲਿਆਂ ਨੂੰ ਅਸੀਂ ਭੇਜਾਂਗੇ ਤਾਂ ਕਿ ਐਗਰੀਕਲਚਰ ਮਿਨਿਸਟਰ ਨੂੰ ਵੀ ਮਿਲਣ ਔਰ ਆਪਣੇ ਵੱਲੋਂ ਜੋ ਗੱਲਾਂ ਨੇ ਪੰਜਾਬ ਦੀਆਂ ਦੱਸਣ। ਭਾਜਪਾ ਗੱਠਜੋੜ ਅਕਾਲੀ ਦਲ ਤੋਂ ਬਿਨਾਂ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਆਰਡੀਨੈਂਸਾਂ ਦੇ ਵਿਰੋਧ ਵਿੱਚ ਖੜੀਆਂ ਨੇ। ਅਕਾਲੀ ਦਲ ਦੇ ਸੁਖਬੀਰ ਬਾਦਲ ਦਾ ਦਾਅਵਾ ਹੈ ਕਿ ਕੇਂਦਰ ਸਰਕਾਰ MSP ਖਤਮ ਨਹੀਂ ਕਰੇਗੀ ਤੇ ਇਹ ਆਰਡੀਨੈਂਸ ਕਿਸਾਨਾਂ ਦੇ ਖਿਲਾਫ ਨਹੀਂ ਨੇ। ਇਸ ਦੇ ਬਾਰੇ ਉਹ BJP ਤੋਂ ਪਾਰਲੀਮੈਂਟ ਵਿੱਚ ਬਿਆਨ ਲੈ ਕੇ ਆਪਣਾ ਸਟੈਂਡ ਸਾਬਿਤ ਕਰਨਗੇ। ਇਸ ਸਰਬ ਪਾਰਟੀ ਮੀਟਿੰਗ ਵਿੱਚ ਇਹਨਾਂ ਆਰਡੀਨੈਂਸਾਂ ਨੂੰ ਕੇਂਦਰ ਸਰਕਾਰ ਦੁਆਰਾ ਸੰਘੀ ਢਾਂਚੇ ਨੂੰ ਵਿਗਾੜਨ ਦੀ ਕੋਸ਼ਿਸ਼ ਕਰਾਰ ਦਿੰਦਿਆਂ ਫੈਸਲਾ ਕੀਤਾ ਗਿਆ ਹੈ ਕਿ ਸਾਰੀਆਂ ਪਾਰਟੀਆਂ ਦਾ ਇੱਕ ਵਫਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇਗਾ ਅਤੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕਰੇਗਾ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਸ ਇਸ ਫੈਸਲੇ ਦਾ ਬਹੁਤ ਤਿੱਖਾ ਵਿਰੋਧ ਕਰ ਰਹੇ ਨੇ ਤੇ ਲੋਕਾਂ ਵਿੱਚ ਵੀ ਇਸ ਦਾ ਵਿਰੋਧ ਜਾਰੀ ਹੈ।
ਜੇਕਰ ਇਹ ਆਰਡੀਨੈਂਸ ਕਾਨੂੰਨ ਬਣ ਜਾਂਦੇ ਨੇ ਤਾਂ ਇਸ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬ ਤੇ ਹੀ ਪਵੇਗਾ। ਨਵੀਂ ਵਿਵਸਥਾ ਦੇ ਸਿੱਟੇ ਲੰਬੀ ਅਵਧੀ ਤੋਂ ਬਾਅਦ ਪਤਾ ਲੱਗਣਗੇ, ਪਰ ਜੇਕਰ ਇਹ ਨੁਕਸਾਨਦਾਇਕ ਹੋਏ ਤਾਂ ਤਦ ਕੋਈ ਹੱਲ ਸੰਭਵ ਨਹੀਂ ਹੋਵੇਗਾ। ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ ਤੁਹਾਡਾ ਇਹ ਫਰਜ਼ ਹੈ ਕਿ ਇਹਨਾਂ ਆਰਡੀਨੈਂਸਾਂ ਬਾਰੇ ਖੁਦ ਖੋਜ ਕਰੋ ਤੇ ਜਾਣੋ ਕਿ ਕੀ ਇਹ ਲੋਕ ਪੱਖੀ ਨੇ ਜਾਂ ਪੂੰਜੀਵਾਦ ਦੇ ਸਿਸਟਮ ਦੇ ਹਮਾਇਤੀ ਨੇ। ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣ ਦੀ ਬੜੀ ਜ਼ਰੂਰਤ ਹੈ। ਜੇਕਰ ਤੁਹਾਨੂੰ ਸਾਡੇ ਵੱਲੋਂ ਸਾਂਝੀ ਕੀਤੀ ਗਈ ਇਹ ਜਾਣਕਾਰੀ ਲਾਭਕਾਰੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ। ਫਿਰ ਮਿਲਾਂਗੇ ਕਿਸੇ ਹੋਰ ਖਾਸ ਰਿਪੋਰਟ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।